ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ, ਘਟਨਾਵਾਂ ਤੇ ਵੇਰਵੇ। ਪਹਿਲਾ ਵੇਰਵਾ। ਰੱਬ ਦੀ ਸੁਣੋ। ਰੱਬ ਕਹਿ ਰਿਹਾ ਹੈ, ਤੁਹਾਡੀ ਬਾਰ-ਬਾਰ ਦੁਹਰਾਈ ਅਰਦਾਸ ਦਾ ਕੋਈ ਮਤਲਬ ਨਹੀਂ ਹੈ। ਮੈਂ ਹਰ ਅਰਦਾਸ ਸੁਣਦਾ ਹਾਂ, ਜਵਾਬ ਵੀ ਦਿੰਦਾ। ਤੁਸੀਂ ਜਵਾਬ ਸੁਣਦੇ ਹੀ ਨਹੀਂ। ਸਵੇਰੇ ਸ਼ਾਮ ਇੱਕ ਹੀ ਅਰਦਾਸ ਦੁਹਰਾਈ ਜਾ ਰਹੇ ਹੋ। ਤੁਸੀਂ ਸਮਝਦੇ ਕਿਉਂ ਨਹੀਂ ਕਿ ਤੁਹਾਡੀਆਂ ਅਰਦਾਸਾਂ ਪ੍ਰਵਾਨ ਕਰਨ ਯੋਗ ਨਹੀਂ ਹਨ? ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਲਈ ਕੀ ਚੰਗਾ ਹੈ, ਕੀ ਠੀਕ ਹੈ, ਕੀ ਯੋਗ ਹੈ, ਕਿੰਨਾ ਉਚਿਤ ਹੈ। ਅਸਲੀ ਅਰਦਾਸ ਤਾਂ ਸ਼ੁਕਰਾਨੇ ਦੀ ਹੁੰਦੀ ਹੈ, ਪ੍ਰਾਪਤੀ ਦੇ ਧੰਨਵਾਦ ਬਾਰੇ ਹੁੰਦੀ ਹੈ। ਪਰ ਤੁਸੀਂ ਨਿਰੰਤਰ ਮੰਗੀ ਜਾ ਰਹੇ ਹੋ। ਜੋ ਦੇ ਰਿਹਾ ਹਾਂ, ਜੋ ਦਿੱਤਾ ਹੈ, ਉਸ ਵੱਲ ਤੁਹਾਡਾ ਧਿਆਨ ਹੀ ਨਹੀਂ ਹੈ। ਤੁਹਾਡੇ ਮੰਗਣ ਤੋਂ ਪਹਿਲਾਂ, ਤੁਹਾਡੇ ਅਰਦਾਸ ਕਰਨ ਤੋਂ ਵੀ ਪਹਿਲਾਂ ਮੈਨੂੰ ਪਤਾ ਹੁੰਦਾ ਹੈ ਕਿ ਤੁਹਾਡੀ ਕੀ ਲੋੜ ਹੈ, ਕਦੋਂ ਤੇ ਕਿੰਨੀ ਲੋੜ ਹੈ। ਤੁਹਾਡੀ ਹਰ ਲੋੜ ਪੂਰੀ ਕਰਦਾ ਹਾਂ। ਤੁਸੀਂ ਲੈ ਕੇ ਮੁੱਕਰੀ ਜਾ ਰਹੇ ਹੋ। ਕੋਈ ਵਿਚਾਰ, ਕੋਈ ਬੇਨਤੀ, ਕੋਈ ਅਰਦਾਸ ਅਣਸੁਣੀ ਨਹੀਂ ਰਹਿੰਦੀ। ਜਿਹੜਾ ਗਿੜਗੜਾਉਂਦਾ ਹੈ ਉਹ ਝੂਠ ਬੋਲਦਾ ਹੈ। ਤੁਸੀਂ ਅਰਦਾਸ ਇਹ ਸੋਚ ਕੇ ਕਰਦੇ ਹੋ ਕਿ ਜੋ ਤੁਸੀਂ ਮੰਗ ਰਹੇ ਹੋ ਤੁਹਾਡੇ ਕੋਲ ਨਹੀਂ ਹੈ। ਵੇਖੋ ਤਾਂ ਸਹੀ, ਉਹ ਪਹਿਲਾਂ ਹੀ ਤੁਹਾਡੇ ਕੋਲ ਹੁੰਦਾ ਹੈ, ਤੁਸੀਂ ਵੇਖਦੇ ਹੀ ਨਹੀਂ। ਪਹਿਲਾਂ ਹੀ ਲੋੜ ਨਾਲੋਂ ਵਧੇਰੇ ਹੁੰਦਾ, ਫੇਰ ਵੀ ਮੰਗੀ ਜਾ ਰਹੇ ਹੋ। ਜੇ ਵਿਸ਼ਵਾਸ ਕਰੋਗੇ ਤਾਂ ਹੀ ਸਭ ਕੁਝ ਮਿਲੇ ਹੋਣ ਦੀ ਸੋਝੀ ਮਿਲੇਗੀ। ਮੰਗਣ ਤੋਂ ਪਹਿਲਾਂ ਜੋ ਮਿਲਿਆ ਹੋਇਆ ਉਹ ਪਛਾਣੋ ਤੇ ਜਾਣੋ। ਤੁਹਾਨੂੰ ਮੈਂ ਆਪਣੀਆਂ ਚੀਜ਼ਾਂ ਦੀ ਦੁਰਵਰਤੋਂ ਕਰਨ ਦੀ ਆਗਿਆ ਕਿਵੇਂ ਦੇਵਾਂ? ਜਦੋਂ ਤੇ ਜਿੱਥੇ ਮੈਨੂੰ ਮਹਿਸੂਸ ਕਰੋਗੇ, ਚੁੱਪ ਹੋ ਜਾਓਗੇ। ਜਦੋਂ ਤੱਕ ਚੁੱਪ ਨਹੀਂ ਹੁੰਦੇ, ਤੁਸੀਂ ਮੈਨੂੰ ਸੁਣੋਗੇ ਨਹੀਂ। ਅਗਲੀ ਘਟਨਾ। ਕਲਪਨਾ ਚਾਵਲਾ ਦੇ ਦਾਦਾ ਜੀ ਬਿਮਾਰ ਸਨ। ਰੋਗ ਠੀਕ ਹੀ ਨਹੀਂ ਸੀ ਹੋ ਰਿਹਾ। ਜਦੋਂ ਮਰਨ ਕਿਨਾਰੇ ਸਨ ਤਾਂ ਉਹਨਾਂ ਦੀ ਪਤਨੀ ਆਖਰੀ ਆਸ ਨਾਲ ਉਹਨਾਂ ਨੂੰ ਸੰਤ ਨਿੱਕਾ ਸਿੰਘ ਕੋਲ ਲੈ ਗਈ। ਇਸਤਰੀ ਵਿੱਚ ਇੱਕ ਗੁੱਝਾ ਵਿਸ਼ਵਾਸ ਹੁੰਦਾ ਹੈ, ਜਿਹਨੂੰ ਉਹ ਜ਼ਿੰਦਗੀ ਦੀਆਂ ਸਾਰੀਆਂ ਆਸਾਂ ਉਮੀਦਾਂ ਮੁੱਕ ਜਾਣ ਸਮੇਂ ਜਗਾਉਂਦੀ ਹੈ। ਗੱਲ ਸੰਤ ਨਿੱਕਾ ਸਿੰਘ ਦੀ ਰੋਗ ਠੀਕ ਕਰਨ ਦੀ ਸ਼ਕਤੀ ਦੀ ਨਹੀਂ ਹੈ, ਗੱਲ ਪਤਨੀ ਦੇ ਵਿਸ਼ਵਾਸ ਦੀ ਸ਼ਕਤੀ ਦੀ ਹੈ। ਗੱਲ ਇਹ ਨਹੀਂ ਸੀ ਕਿ ਉਹ ਪਤੀ ਨੂੰ ਇੱਕ ਸੰਤ ਕੋਲ ਲੈ ਗਈ। ਗੱਲ ਇਹ ਸੀ ਕਿ ਉਹ ਆਪਣੇ ਪਤੀ ਨੂੰ ਮਰਨ ਨਹੀਂ ਸੀ ਦੇਣਾ ਚਾਹੁੰਦੀ ਤੇ ਉਹ ਵਿਧਵਾ ਹੋਣ ਲਈ ਤਿਆਰ ਨਹੀਂ ਸੀ। ਭਾਵੇਂ ਸਾਰਿਆਂ ਨੇ ਆਸ ਲਾ ਦਿੱਤੀ ਸੀ, ਪਰ ਪਤਨੀ ਵਿੱਚ ਆਸ ਅਜੇ ਜਿਉਂਦੀ ਸੀ। ਬਿਮਾਰ ਪਤੀ ਸੀ, ਪਰ ਜੱਦੋ-ਜਹਿਦ ਪਤਨੀ ਕਰ ਰਹੀ ਸੀ। ਉਹ ਚਾਹੁੰਦੀ ਸੀ ਕਿ ਉਹਦਾ ਪਤੀ ਠੀਕ ਹੋਵੇ। ਉਹਨੂੰ ਪਤੀ ਦੀ ਲੋੜ ਸੀ, ਉਸ ਦਾ ਸੁਹਾਗ ਸੀ। ਰਿਸ਼ਤਾ ਕੋਈ ਹੋਵੇ, ਉਹਨੂੰ ਬਣਾਈ ਰੱਖਣ ਲਈ ਇਸਤਰੀ ਹਮੇਸ਼ਾ ਵਧੇਰੇ ਯੋਗਦਾਨ ਪਾਉਂਦੀ ਹੈ ਤੇ ਵਧੇਰੇ ਕੁਰਬਾਨੀਆਂ ਕਰਦੀ ਹੈ। ਪਤਨੀ ਨੇ ਸੰਤ ਨਿੱਕਾ ਸਿੰਘ ਨੂੰ ਕਿਹਾ, ਮੈਂ ਆਖਰੀ ਆਸ ਲੈ ਕੇ ਆਈ ਹਾਂ, ਤੁਸੀਂ ਕੁਝ ਕਰੋ। ਸੰਤ ਨਿੱਕਾ ਸਿੰਘ ਨੇ ਕਿਹਾ, ਲੱਸੀ ਲਿਆਓ। ਲੱਸੀ ਲਿਆਂਦੀ ਗਈ, ਪਿਲਾਈ ਗਈ, ਰੋਜ਼ ਪਿਲਾਉਂਦੇ ਰਹੇ। ਪਤੀ ਦਿਨਾਂ 'ਚ ਹੀ ਠੀਕ ਹੋ ਗਿਆ। ਦੱਸਿਆ ਨਹੀਂ ਜਾ ਸਕਦਾ ਕਿ ਉਹ ਪਤਨੀ ਦੇ ਅਟੁੱਟ ਵਿਸ਼ਵਾਸ ਨਾਲ ਠੀਕ ਹੋਇਆ, ਜਾਂ ਸੰਤ ਨਿੱਕਾ ਸਿੰਘ ਕੋਲ ਪਹੁੰਚਣ ਕਰਕੇ ਠੀਕ ਹੋਇਆ, ਜਾਂ ਲੱਸੀ ਨਾਲ ਠੀਕ ਹੋਇਆ, ਜਾਂ ਇਹਨਾਂ ਸਾਰੇ ਉਪਰਾਲਿਆਂ ਦੇ ਕੁੱਲ ਜੋੜ ਨਾਲ ਠੀਕ ਹੋਇਆ। ਜਦੋਂ ਵੀ ਕੁਝ ਮਹੱਤਵਪੂਰਨ ਵਾਪਰਦਾ ਹੈ, ਉਸ ਪਿੱਛੇ ਕਈ ਸ਼ਕਤੀਆਂ ਕਾਰਜਸ਼ੀਲ ਹੁੰਦੀਆਂ ਹਨ। ਰੋਗ ਦੇ ਠੀਕ ਹੋਣ ਦਾ ਅਸਲ ਕਾਰਨ ਪਤਾ ਨਾ ਲੱਗਣ ਕਰਕੇ ਹੀ ਅਰੋਗ ਹੋਣ ਤੇ ਪਰਮਾਤਮਾ ਦਾ ਧੰਨਵਾਦ ਕੀਤਾ ਜਾਂਦਾ ਹੈ। ਅਗਲੀ ਕਹਾਣੀ। ਦੋ ਮਿੱਤਰਾਂ ਨੇ ਰਲ ਕੇ ਵਪਾਰ ਕੀਤਾ। ਸਾਲ ਮਗਰੋਂ ਦੋਹਾਂ ਨੂੰ 10-10 ਲੱਖ ਰੁਪਏ ਦਾ ਲਾਭ ਹੋਇਆ। ਇੱਕ ਮਿੱਤਰ ਬੜਾ ਖੁਸ਼ ਸੀ ਕਿਉਂਕਿ ਉਹਨੂੰ ਆਸ 8 ਲੱਖ ਰੁਪਏ ਦੇ ਲਾਭ ਦੀ ਸੀ, ਪਰ ਲਾਭ 10 ਲੱਖ ਹੋਇਆ ਸੀ। ਦੂਜਾ ਮਿੱਤਰ ਉਦਾਸ ਸੀ ਕਿਉਂਕਿ ਉਹਨੂੰ ਆਸ 15 ਲੱਖ ਰੁਪਏ ਦੀ ਸੀ, ਪਰ ਹੋਇਆ 10 ਲੱਖ ਸੀ। ਖੁਸ਼ੀ ਤੇ ਉਦਾਸੀ, ਸਫਲਤਾ ਤੇ ਅਸਫਲਤਾ ਵਪਾਰ ਵਿੱਚ ਨਹੀਂ ਸੀ, ਇਹ ਉਹਨਾਂ ਦੋਹਾਂ ਮਿੱਤਰਾਂ ਦੀਆਂ ਸੋਚਾਂ ਤੇ ਆਸਾਂ ਵਿੱਚ ਸੀ। ਅਗਲੀ ਕਹਾਣੀ। ਇੱਕ ਗੱਡੀ ਵਿੱਚ ਇੱਕ ਮਾਂ 2 ਧੀਆਂ ਨਾਲ ਸਫ਼ਰ ਕਰ ਰਹੀ ਸੀ। ਇੱਕ ਛੋਟੇ ਸਟੇਸ਼ਨ ਤੇ 2 ਲੁਟੇਰੇ ਡੱਬੇ 'ਚ ਦਾਖਲ ਹੋਏ ਤੇ ਚਾਕੂ ਵਿਖਾ ਕੇ ਕਿਹਾ, ਮਾਲ ਨਿਕਾਲੋ। ਇੱਕ ਨੇ ਮਾਂ ਦੇ ਬੈਗ ਨੂੰ ਹੱਥ ਪਾਇਆ। ਨੇਹਾ ਨਾਂ ਦੀ ਧੀ ਨੇ ਚੀਕ ਮਾਰੀ। ਆਦਮੀ ਨੇ ਉਹਦਾ ਚਿਹਰਾ ਝਰੀਟ ਦਿੱਤਾ, ਵਾਲ ਪੁੱਟ ਦਿੱਤੇ। ਮਾਂ ਨੇ ਕਿਹਾ, ਇਹਨੂੰ ਬੈਗ ਲੈ ਜਾਣ ਦੇ। ਨੇਹਾ ਨੇ ਕਿਹਾ, ਨਹੀਂ, ਇਹ ਮੇਰੀ ਮਾਂ ਦਾ ਬੈਗ ਹੈ। ਲੁਟੇਰਾ ਉਹਨੂੰ ਨੇੜੇ ਦੇ ਖੁੱਲ੍ਹੇ ਦਰਵਾਜ਼ੇ ਵੱਲ ਬਾਹਰ ਸੁੱਟਣ ਵਾਸਤੇ ਖਿੱਚਣ ਲੱਗ ਪਿਆ।
ਦਰਵਾਜ਼ੇ ਕੋਲ ਨੇਹਾ ਨੇ ਇੱਕ ਸੀਟ ਨੂੰ ਹੱਥ ਪਾ ਲਿਆ। ਲੁਟੇਰੇ ਨੇ ਵੀ ਚਾਕੂ ਕੱਢ ਲਿਆ। ਦੂਜੀ ਭੈਣ ਨੇ ਇੰਨੀ ਜ਼ੋਰ ਦਾ ਉਹਦੀ ਬਾਂਹ ਉੱਤੇ ਚੱਕ ਵੱਢਿਆ ਕਿ ਉਹਦਾ ਚਾਕੂ ਡਿੱਗ ਪਿਆ। ਜਿਹੜੀ ਦੂਜੀ ਧੀ ਨੇ ਪੈਰ ਨਾਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ। ਇੰਨੇ 'ਚ ਚੱਕ ਵੱਢਣ ਵਾਲੀ ਭੈਣ ਨੇ ਲੁਟੇਰੇ ਦੀ ਗਰਦਨ ਨੂੰ ਇੰਨਾ ਕੱਸ ਲਿਆ ਕਿ ਉਹ ਹਿੱਲ ਨਾ ਸਕਿਆ। ਨੇਹਾ ਨਾਲ ਖਿੱਚ ਧੂ ਵਿੱਚ ਦੂਜੇ ਲੁਟੇਰੇ ਦੀ ਲੂੰਗੀ ਖੁੱਲ੍ਹ ਗਈ, ਜਿਹਨੂੰ ਠੀਕ ਕਰਦਿਆਂ ਉਹਦੇ ਹੱਥੋਂ ਬੈਗ ਡਿੱਗ ਪਿਆ। ਬਾਕੀ ਸਵਾਰੀਆਂ ਜਿਹੜੀਆਂ ਸਹਿਮੀਆਂ ਹੋਈਆਂ ਸਨ ਉਹ ਵੀ ਦਲੇਰ ਹੋ ਗਈਆਂ ਸਨ। ਉਹਨਾਂ ਨੇ ਬੈਗ ਸਾਂਭ ਲਿਆ। ਕੋਈ ਸਟੇਸ਼ਨ ਆ ਰਿਹਾ ਸੀ। ਗੱਡੀ ਹੌਲੀ ਹੋ ਗਈ ਸੀ। ਲੁਟੇਰੇ ਛਾਲਾਂ ਮਾਰ ਕੇ ਦੌੜ ਗਏ ਸਨ। ਦੋਹਾਂ ਭੈਣਾਂ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਗੋਡੇ ਛਿੱਲੇ ਹੋਏ ਸਨ। ਮਾਂ ਨੇ ਕਿਹਾ, ਬੱਚਿਓ, ਫੇਰ ਐਵੇਂ ਨਾ ਕਰਨਾ। ਧੀਆਂ ਨੇ ਕਿਹਾ, ਇਵੇਂ ਕਰਨਾ ਹੀ ਠੀਕ ਸੀ। ਜੇ ਫੇਰ ਐਵੇਂ ਕਰਨਾ ਪਿਆ ਤਾਂ ਵਧੇਰੇ ਹਿੰਮਤ ਤੇ ਪੂਰੀ ਦ੍ਰਿੜਤਾ ਨਾਲ ਕਰਾਂਗੀਆਂ। ਹੁਣ ਨਾਰੀ ਉਹ ਨਾਰੀ ਨਹੀਂ ਰਹੀ। ਅਗਲੀ ਘਟਨਾ। ਫੇਦੀਪੀਦੀਅਸ ਨਾਂ ਦਾ ਯੂਨਾਨੀ ਨਾਗਰਿਕ 490 ਪੂਰਵ ਈਸਵੀ ਵਿੱਚ ਮੈਰਾਥਨ ਦੇ ਮੈਦਾਨ ਵਿੱਚ ਏਥਨਜ਼ ਦੀਆਂ ਹਾਰ ਰਹੀਆਂ ਫੌਜਾਂ ਦੀ ਅਚਾਨਕ ਹੋਈ ਜਿੱਤ ਦੀ ਖੁਸ਼ਖਬਰੀ ਦੇਣ ਲਈ 42 ਮੀਲ ਦੌੜਦਾ ਚਲਾ ਗਿਆ ਤੇ ਏਥਨਜ਼ ਵਿੱਚ ਪਹੁੰਚ ਕੇ ਜਿੱਤ ਦਾ ਸਮਾਚਾਰ ਦਿੰਦਿਆਂ ਹੀ ਉਹ ਡਿੱਗ ਕੇ ਮਰ ਗਿਆ। ਏਥਨਜ਼ ਵਾਸੀਆਂ ਨੇ ਉਹਦੀ ਯਾਦ ਵਿੱਚ ਓਲੰਪਿਕ ਖੇਡਾਂ 'ਚ ਮੈਰਾਥਨ ਤੋਂ ਏਥਨਜ਼ ਤੱਕ ਦੀ 42 ਮੀਲ ਦੀ ਦੌੜ ਨੂੰ ਮੁਕਾਬਲਿਆਂ ਵਿੱਚ ਸ਼ਾਮਲ ਕਰ ਲਿਆ ਸੀ। ਹੁਣ ਵੀ ਓਲੰਪਿਕਸ ਵਿੱਚ ਫੇਦੀਪੀਦੀਅਸ ਦੀ ਯਾਦ ਵਿੱਚ ਦੌੜੀ ਜਾਂਦੀ ਇਸ ਗੇਮ ਨੂੰ ਮੈਰਾਥਨ ਕਿਹਾ ਜਾਂਦਾ ਹੈ। ਅਗਲੀ ਘਟਨਾ। ਜੀਵਨ ਵਿੱਚ ਕਈ ਵਾਰ ਬੜੇ ਹੈਰਾਨ ਕਰਨ ਵਾਲੇ ਸਬੱਬ ਵਾਪਰਦੇ ਹਨ। ਇੱਕ ਆਦਮੀ ਇੱਕ ਗਰੁੱਪ ਫੋਟੋ ਨਾਲ ਇੱਕ ਚਿੱਤਰਕਾਰ ਕੋਲ ਗਿਆ ਤੇ ਉਸ ਗਰੁੱਪ ਫੋਟੋ ਵਿੱਚੋਂ ਆਪਣੇ ਭਰਾ ਦੀ ਫੋਟੋ ਦਾ ਚਿੱਤਰ ਬਣਾਉਣ ਲਈ ਕਿਹਾ। ਉਹਨੇ ਚਿੱਤਰਕਾਰ ਨੂੰ ਦੱਸਿਆ ਕਿ ਇੱਕ ਬੱਸ ਦਰਿਆ 'ਚ ਡਿੱਗ ਪਈ ਸੀ, ਜਿਸ ਵਿੱਚ ਉਹਦੇ ਭਰਾ ਦੀ ਮੌਤ ਹੋ ਗਈ ਸੀ। ਉਹਦਾ ਭਰਾ ਬੜਾ ਸੋਹਣਾ ਸੀ, ਜਿਹੜਾ ਉਹਨੂੰ ਬੜਾ ਹੀ ਪਿਆਰਾ ਸੀ। ਉਹ ਡੁੱਬ ਕੇ ਮਰ ਗਿਆ ਸੀ। ਉਹਨੇ ਚਿੱਤਰਕਾਰ ਨੂੰ ਦੱਸਿਆ ਕਿ ਸੁਣਿਆ ਸੀ ਕਿ ਕੇਵਲ ਇੱਕ ਲੰਗੜਾ ਆਦਮੀ ਬਚਿਆ ਸੀ ਤੇ ਬਾਕੀ ਸਾਰੇ ਮਾਰੇ ਗਏ ਸਨ। ਚਿੱਤਰਕਾਰ ਨੇ ਚਿੱਤਰ ਬਣਾਇਆ, ਜਿਹੜਾ ਭਰਾ ਨੂੰ ਬਹੁਤ ਪਸੰਦ ਆਇਆ। ਖੁਸ਼ ਹੋ ਕੇ ਪੁੱਛਿਆ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਚਿੱਤਰਕਾਰ ਨੇ ਕਿਹਾ, ਇਸ ਚਿੱਤਰ ਨੂੰ ਮੇਰੇ ਵੱਲੋਂ ਪਿਆਰ ਭੇਟਾ ਸਮਝਣਾ। ਤੇ ਉਸ ਨੇ ਪੈਂਟ ਦਾ ਪਹੁੰਚਾ ਉੱਚਾ ਚੁੱਕ ਕੇ ਲੱਤ ਵਿਖਾਉਂਦਿਆਂ ਕਿਹਾ, ਉਸ ਹਾਦਸੇ 'ਚ ਬਚਣ ਵਾਲਾ ਉਹ ਲੰਗੜਾ ਆਦਮੀ ਮੈਂ ਹੀ ਸੀ। ਪਿਛਲੇ ਕਈ ਸਾਲਾਂ ਤੋਂ ਸੋਚ ਰਿਹਾ ਕਿ ਰੱਬ ਨੇ ਮੈਨੂੰ ਹੀ ਕਿਉਂ ਬਚਾਇਆ। ਸ਼ਾਇਦ ਸਾਰੀ ਬੱਸ 'ਚ ਮੈਂ ਹੀ ਸਭ ਤੋਂ ਸਧਾਰਨ ਵਿਅਕਤੀ ਸਾਂ। ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਵੇਂ ਤੇ ਕਿਉਂ ਬਚ ਗਿਆ, ਜਦ ਕਿ ਮਰਨ ਦੀ ਸਭ ਤੋਂ ਵਧੇਰੇ ਸੰਭਾਵਨਾ ਮੇਰੀ ਸੀ। ਅਗਲੀ ਕਹਾਣੀ। ਜਨਕ ਨੇ ਗਿਆਨ ਵਾਲਕੀਆ ਨੂੰ ਪੁੱਛਿਆ, ਉਹ ਕਿਹੜੀ ਰੌਸ਼ਨੀ ਹੈ ਜਿਸ ਨਾਲ ਅਸੀਂ ਆਲੇ ਦੁਆਲੇ ਨੂੰ ਵੇਖਦੇ, ਇੱਧਰ ਉੱਧਰ ਜਾਂਦੇ ਤੇ ਕਾਰਜ ਕਰਦੇ ਹਾਂ? ਸੂਰਜ ਉਹ ਰੌਸ਼ਨੀ ਹੈ ਜਿਹੜੀ ਸਭਨਾਂ ਜੀਵਾਂ ਨੂੰ ਚਲਾਉਂਦੀ ਹੈ। ਜਦੋਂ ਸੂਰਜ ਨਹੀਂ ਹੁੰਦਾ ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ? ਉਦੋਂ ਅਸੀਂ ਚੰਦਰਮਾ ਦੀ ਰੌਸ਼ਨੀ ਨਾਲ ਵੇਖਦੇ ਹਾਂ। ਤੇ ਜਦੋਂ ਸੂਰਜ ਚੰਦਰਮਾ ਦੋਵੇਂ ਨਹੀਂ ਹੁੰਦੇ ਉਦੋਂ ਅਸੀਂ ਦੀਵਾ ਜਗਾ ਕੇ ਅੱਗ ਬਾਲ ਕੇ ਕੰਮ ਕਰਦੇ ਹਾਂ ਤੇ ਜੀਵਨ ਨਿਰਬਾਹ ਕਰਦੇ ਹਾਂ। ਤੇ ਜਦੋਂ ਦੀਵਾ ਬੁਝਾ ਦਿੱਤਾ ਜਾਂਦਾ ਹੈ, ਅੱਗ ਬੁਝ ਜਾਂਦੀ ਹੈ, ਉਦੋਂ ਅਸੀਂ ਬੋਲ ਕੇ ਇੱਕ ਦੂਜੇ ਨੂੰ ਪਛਾਣਦੇ ਤੇ ਕਾਰਜ ਕਰਦੇ ਹਾਂ। ਜਦੋਂ ਸੂਰਜ ਡੁੱਬ ਗਿਆ ਹੋਵੇ, ਮੱਸਿਆ ਦੀ ਰਾਤ ਹੋਵੇ, ਅੱਗ ਬੁਝ ਗਈ ਹੋਵੇ, ਦੀਵਾ ਜਗਿਆ ਨਾ ਹੋਵੇ, ਚੁੱਪ ਪਸਰ ਗਈ ਹੋਵੇ, ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ? ਜਦੋਂ ਸਾਰੀਆਂ ਬਾਹਰਲੀਆਂ ਰੌਸ਼ਨੀਆਂ ਲੋਪ ਹੋ ਜਾਂਦੀਆਂ ਹਨ ਉਦੋਂ ਅਸੀਂ ਅੰਦਰਲੀ ਰੌਸ਼ਨੀ, ਆਤਮਾ ਦੀ ਰੌਸ਼ਨੀ ਵਰਤਦੇ ਹਾਂ। ਇਸ ਰੌਸ਼ਨੀ ਨਾਲ ਸਾਰਿਆਂ ਦੇ ਦਿਲ, ਹਿਰਦੇ ਤੇ ਮਨ ਰੌਸ਼ਨ ਹੋ ਜਾਂਦੇ ਹਨ। ਮੌਕੇ ਅਨੁਸਾਰ ਢੁਕਵਾਂ ਉੱਤਰ ਸੁਝਣਾ ਯੋਗਤਾ ਦਾ ਪ੍ਰਮਾਣ ਹੁੰਦਾ ਹੈ। ਰੇਲਵੇ 'ਚ ਅਧਿਕਾਰੀਆਂ ਨੂੰ ਪਰਿਵਾਰਿਕ ਪਾਸ ਮਿਲਦੇ ਹਨ। ਇੱਕ ਵਾਰੀ ਇੱਕ ਵੱਡੇ ਅਧਿਕਾਰੀ ਦੀ ਅਨਪੜ੍ਹ ਮਾਂ ਹੋਰ ਜੀਆਂ ਨਾਲ ਉਤਲੇ ਦਰਜੇ ਦੇ ਡੱਬੇ 'ਚ ਯਾਤਰਾ ਕਰ ਰਹੀ ਸੀ ਤੇ ਇੱਕ ਸਟੇਸ਼ਨ 'ਤੇ ਉਹ ਆਪਣੇ ਡੱਬੇ ਦੇ ਬਾਹਰ ਪਲੇਟਫਾਰਮ 'ਤੇ ਖਲੋਤੀ ਸੀ। ਉਹਨੂੰ ਵੇਖ ਕੇ ਇੱਕ ਜਨਾਨਾ ਸਵਾਰੀ ਨੇ ਉਹਨੂੰ ਆਪਣੀ ਟਿਕਟ ਵਿਖਾਉਂਦਿਆਂ ਪੁੱਛਿਆ, ਬੀਬੀ ਜੀ ਵੇਖ ਕੇ ਦੱਸਣਾ ਟਿਕਟ ਕਿਹੜੇ ਡੱਬੇ ਦੀ ਹੈ?
ਆਲੇ ਦੁਆਲੇ ਹੋਰ ਵੀ ਲੋਕ ਖੜੇ ਸਨ। ਹੋਰ ਅਧਿਕਾਰੀਆਂ ਦੇ ਮਾਪੇ ਵੀ ਸਨ। ਅਨਪੜ੍ਹ ਮਾਂ ਨੇ ਆਪਣੇ ਅਫਸਰ ਪੁੱਤਰ ਦੀ ਇੱਜ਼ਤ ਦੀ ਰਾਖੀ ਕਰਦਿਆਂ ਕਿਹਾ, ਮੈਂ ਜ਼ਰੂਰ ਦੱਸ ਦਿੰਦੀ, ਪਰ ਮੇਰੀ ਐਨਕ ਘਰ ਰਹਿ ਗਈ ਹੈ। ਅਗਲੀ ਘਟਨਾ। ਮਦਰ ਟੈਰੇਸਾ ਕਹਿ ਰਹੀ ਸੀ, ਜਦੋਂ ਤੂਫਾਨ ਭੁਚਾਲ ਆਉਂਦਾ ਹੈ ਤਾਂ ਮੇਰੇ ਵਿੱਚ ਲੋੜਵੰਦਾਂ ਲਈ ਕਰੋੜਾਂ ਰੁਪਏ ਇਕੱਠੇ ਕਰਨ ਦੀ ਹਿੰਮਤ ਜਾਗ ਪੈਂਦੀ ਹੈ, ਪਰ ਜਦੋਂ ਮੈਨੂੰ ਪੈਸੇ ਦੀ ਨਿੱਜੀ ਲੋੜ ਪੈਂਦੀ ਹੈ ਤਾਂ ਮੇਰੇ ਕੋਲ ਬਿਜਲੀ ਦਾ ਬਿੱਲ ਦੇਣ ਦੇ ਵੀ ਪੈਸੇ ਨਹੀਂ ਹੁੰਦੇ। ਲੋਕਾਂ ਵਾਸਤੇ ਮੈਂ ਕਰੋੜਾਂ ਰੁਪਏ ਇਕੱਠੇ ਕਰ ਸਕਦੀ ਹਾਂ। ਇਹ ਬੜਾ ਸੌਖਾ ਕੰਮ ਹੈ, ਕਿਉਂਕਿ ਇਸ 'ਚ ਸੁਆਰਥ ਨਹੀਂ ਹੁੰਦਾ। ਮਦਰ ਟੈਰੇਸਾ ਨੇ ਲੱਖਾਂ ਬੁਝੇ ਹੋਏ ਦੀਵਿਆਂ ਵਿੱਚ ਆਸ ਦਾ ਤੇਲ ਪਾਇਆ, ਡਿੱਗਿਆਂ ਹੋਇਆਂ ਨੂੰ ਚੁੱਕਿਆ, ਕੋੜੀਆਂ ਨੂੰ ਸੰਭਾਲਿਆ, ਨਿਆਸਰਿਆਂ ਨੂੰ ਆਸਰਾ ਦਿੱਤਾ। ਉਹ ਖਾਲੀ ਹੱਥ ਆਈ ਸੀ, ਉਹ ਖਾਲੀ ਹੱਥ ਚਲੀ ਗਈ, ਪਰ ਉਹਦੇ ਜਾਣ 'ਤੇ ਸਾਰਾ ਸੰਸਾਰ ਰੋਇਆ ਸੀ। ਉਹਨੇ ਮੌਤ ਦੇ ਅਖਾੜੇ 'ਚ ਜ਼ਿੰਦਗੀ ਦੀ ਬਾਜ਼ੀ ਲਾਈ ਸੀ। ਉਹ ਜਿੱਤੀ ਸੀ ਤੇ ਜਿੱਤ ਕੇ ਮੈਦਾਨ ਹੋਰਾਂ ਲਈ ਛੱਡ ਗਈ ਸੀ। ਜਦੋਂ ਬਿਮਾਰ ਪੈ ਗਈ ਤਾਂ ਉਹਦੀ ਦੇਖਭਾਲ ਲਈ ਇੱਕ ਨਰਸ ਰੱਖੀ ਗਈ। ਨਰਸ ਉਹਦਾ ਓਨਾ ਧਿਆਨ ਨਹੀਂ ਸੀ ਰੱਖਦੀ ਜਿੰਨਾ ਉਹ ਨਰਸ ਦਾ ਰੱਖਦੀ ਸੀ। ਪਤਾ ਹੀ ਨਹੀਂ ਸੀ ਲੱਗਦਾ ਬਿਮਾਰ ਕੌਣ ਸੀ ਤੇ ਨਰਸ ਕੌਣ ਸੀ। ਅਗਲਾ ਵੇਰਵਾ। ਅਰਦਾਸ ਕਰਦਿਆਂ ਅਸੀਂ ਪਰਮਾਤਮਾ ਨੂੰ ਬੇਨਤੀ ਨਹੀਂ ਕਰਦੇ, ਉਹਨੂੰ ਸਮਝਾਉਣ ਲੱਗ ਪੈਂਦੇ ਹਾਂ। ਮੇਰੇ ਹੀ ਨਾਂ ਵਾਲਾ ਇੱਕ ਮੇਰਾ ਮਿੱਤਰ ਸੀ। ਅਸੀਂ ਦੋਵੇਂ BA ਦੇ ਵਿਦਿਆਰਥੀ ਸੀ। ਮੇਰੇ ਮਿੱਤਰ ਦੇ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਪ੍ਰੀਖਿਆ ਵਿੱਚ ਸਫਲਤਾ ਲਈ ਅਖੰਡ ਪਾਠ ਰਖਵਾਇਆ ਸੀ। ਜਦੋਂ ਭੋਗ ਉਪਰੰਤ ਅਰਦਾਸ ਹੋ ਰਹੀ ਸੀ ਤਾਂ ਮੈਂ ਵੀ ਉੱਥੇ ਹਾਜ਼ਰ ਸੀ। ਅਰਦਾਸ ਕਰਦਿਆਂ ਭਾਈ ਸਾਹਿਬ ਕਹਿ ਰਹੇ ਸਨ, ਹੇ ਵਾਹਿਗੁਰੂ, ਕਾਕਾ ਨਰਿੰਦਰ ਸਿੰਘ ਨੂੰ ਪ੍ਰੀਖਿਆ 'ਚ ਸਫਲਤਾ ਬਖਸ਼ਣੀ। ਕਲਮ ਉਹਦੇ ਹੱਥ 'ਚ ਹੋਏਗੀ, ਸਹੀ ਉੱਤਰ ਲਿਖਣ ਦੀ ਉਹਨੂੰ ਤੁਸੀਂ ਸੁਮੱਤ ਦੇਣੀ। ਪ੍ਰੀਖਿਆ ਦੌਰਾਨ ਨਰਿੰਦਰ ਸਿੰਘ ਦੇ ਅੰਗ ਸੰਗ ਸਹਾਈ ਹੋਣਾ ਤੇ ਨਰਿੰਦਰ ਸਿੰਘ ਦੇ ਸਿਰ 'ਤੇ ਆਪਣੀ ਮਿਹਰ ਦਾ ਹੱਥ ਰੱਖਣਾ। ਅਸੀਂ ਦੋਵੇਂ ਮਿੱਤਰ ਉਸ ਸਮੇਂ ਨਾਲ ਖਲੋਤੇ ਸਾਂ। ਮੇਰੇ ਮਿੱਤਰ ਦੇ ਪਿਤਾ ਨੂੰ ਪਤਾ ਨਹੀਂ ਕੀ ਸੁੱਝੀ। ਉਹਨੇ ਭਾਈ ਸਾਹਿਬ ਨੂੰ ਕਿਹਾ, ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਸਫਲਤਾ ਦੀ ਅਰਦਾਸ ਕਰੋ। ਅਗਲੀ ਕਹਾਣੀ। ਅਕਬਰ ਨੇ ਤਾਨਸੈਨ ਦਾ ਸੰਗੀਤ ਸੁਣਿਆ ਤਾਂ ਸੋਚਿਆ ਕਿ ਜੇ ਸ਼ਾਗਿਰਦ ਇੰਨਾ ਚੰਗਾ ਗਾ ਸਕਦਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਏਗਾ। ਅਕਬਰ ਤਾਨਸੈਨ ਦੇ ਉਸਤਾਦ ਹਰੀਦਾਸ ਕੋਲ ਗਿਆ। ਜਦੋਂ ਹਰੀਦਾਸ ਨੇ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਅਕਬਰ 'ਤੇ ਜਾਦੂ ਹੋ ਗਿਆ ਤੇ ਉਹ ਝੂਮਣ ਲੱਗ ਪਿਆ। ਉਸਤਾਦ ਦਾ ਸੰਗੀਤ ਸੁਣਨ ਉਪਰੰਤ ਅਕਬਰ ਨੇ ਤਾਨਸੈਨ ਨੂੰ ਪੁੱਛਿਆ, ਕੀ ਗੱਲ ਹੈ, ਤੇਰਾ ਸੰਗੀਤ ਇਹ ਬੁਲੰਦੀਆਂ ਕਿਉਂ ਨਹੀਂ ਛੂੰਹਦਾ? ਤਾਨਸੈਨ ਨੇ ਕਿਹਾ, ਕਾਰਨ ਬੜਾ ਸਪਸ਼ਟ ਹੈ। ਮੈਂ ਇੱਕ ਬਾਦਸ਼ਾਹ ਵਾਸਤੇ ਗਾਉਣਾ। ਮੇਰਾ ਮੁਰਸ਼ਦ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਲਈ ਗਾਉਂਦਾ ਹੈ। ਅਗਲੀ ਘਟਨਾ। ਯੁੱਧ ਵਿੱਚ ਹਥਿਆਰ ਨਹੀਂ, ਪੈਂਤੜਾ ਮਹੱਤਵਪੂਰਨ ਹੁੰਦਾ ਹੈ। ਨੈਪੋਲੀਅਨ ਨੇ ਜਦੋਂ 1812 ਵਿੱਚ ਰੂਸ 'ਤੇ ਹਮਲਾ ਕੀਤਾ ਤਾਂ ਉਹਨੂੰ ਰੂਸ ਦੀਆਂ ਫੌਜਾਂ ਨੇ ਨਹੀਂ ਹਰਾਇਆ, ਉਹਨੂੰ ਰੂਸ ਦੀ ਠੰਡ ਨੇ ਹਰਾਇਆ। ਜਦੋਂ 1/3 ਫੌਜ ਮਾਰੀ ਜਾਵੇ ਉਸ ਧਿਰ ਨੂੰ ਹਾਰਿਆ ਸਮਝਿਆ ਜਾਂਦਾ ਹੈ। ਨੈਪੋਲੀਅਨ ਨੂੰ ਜਿੱਤ ਤੋਂ ਸੱਖਣਾ ਕਰਨ ਲਈ ਰੂਸੀਆਂ ਨੇ ਉਹਦਾ ਮੁਕਾਬਲਾ ਕਰਨ ਦੀ ਥਾਂ ਉਹਨੂੰ ਅੱਗੇ ਵਧਣ ਦਿੱਤਾ ਤੇ ਰੂਸੀ ਆਪ ਪਿੱਛੇ ਹਟਦੇ ਗਏ। ਨੈਪੋਲੀਅਨ ਰੂਸੀ ਇਲਾਕੇ 'ਤੇ ਕਬਜ਼ਾ ਕਰਕੇ ਬੈਠਾ ਰਿਹਾ ਤੇ ਸਤੰਬਰ ਵਿੱਚ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਤਿਆਰੀ 'ਚ ਰੁੱਝਿਆ ਰਿਹਾ। ਜਦੋਂ ਨੈਪੋਲੀਅਨ ਨੇ ਸਤੰਬਰ 'ਚ ਹਮਲਾ ਕੀਤਾ ਤਾਂ ਰੂਸੀ ਹੋਰ ਪਿੱਛੇ ਹਟ ਗਏ। ਨੈਪੋਲੀਅਨ ਹੋਰ ਅੱਗੇ ਚਲਾ ਗਿਆ। ਜਦੋਂ ਠੰਡ ਨੇ ਜ਼ੋਰ ਫੜਿਆ, ਬਰਫ਼ ਕਾਰਨ ਰਸਤੇ ਬੰਦ ਹੋ ਗਏ, ਸਪਲਾਈ ਜਾਰੀ ਨਾ ਰਹਿ ਸਕੀ ਤਾਂ ਬਰਫਾਨੀ ਹਨੇਰੀਆਂ ਤੇ ਬਰਫ਼ਬਾਰੀ ਕਾਰਨ ਨੈਪੋਲੀਅਨ ਦੇ 6 ਲੱਖ ਫੌਜੀਆਂ ਵਿੱਚੋਂ 5 ਲੱਖ ਫੌਜੀ ਮਾਰੇ ਗਏ। ਯੁੱਧ ਦੀ ਇਹ ਘਟਨਾ ਸੰਸਾਰ ਦੀਆਂ 10 ਪ੍ਰਸਿੱਧ ਘਟਨਾਵਾਂ ਵਿੱਚੋਂ ਇੱਕ ਹੈ। ਰੂਸ ਦੀ ਸਰਦੀ ਨੇ ਨੈਪੋਲੀਅਨ ਦਾ ਲੱਕ ਤੋੜ ਦਿੱਤਾ ਸੀ। ਰੂਸੀਆਂ ਦਾ ਕੋਈ ਫੌਜੀ ਨੁਕਸਾਨ ਨਹੀਂ ਸੀ ਹੋਇਆ। ਅਗਲਾ ਵੇਰਵਾ। ਯੂਰਪ 'ਚ ਵਿਆਹ ਹੰਢਣਸਾਰ ਨਹੀਂ ਹੁੰਦੇ, ਪਰ ਇੱਕ ਜੋੜਾ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਜਿਹੜੀ ਇੱਕ ਬੜੀ ਵੱਡੀ ਘਟਨਾ ਸੀ ਤੇ ਪਰਿਵਾਰ ਦੇ ਲਗਭਗ 100 ਵਿਅਕਤੀ, ਪੁੱਤਰ, ਧੀਆਂ, ਪੋਤੇ, ਦੋਤੇ ਪਹੁੰਚੇ ਹੋਏ ਸਨ ਤੇ ਸਾਰੇ ਵਿਆਹ ਦੇ 50 ਸਾਲ ਚੱਲਣ 'ਤੇ ਹੈਰਾਨ ਸਨ।
ਕਿਸੇ ਨੇ ਪੁੱਛਿਆ, ਇਹਨਾਂ ਦੇ ਇੰਨੇ ਹੰਢਣਸਾਰ ਵਿਆਹ ਦਾ ਭੇਦ ਕੀ ਸੀ? ਪਤਨੀ ਨੇ ਕਿਹਾ, ਵਿਆਹ ਵੇਲੇ ਮੈਂ ਆਪਣੇ ਆਪ ਨਾਲ ਪ੍ਰਣ ਕੀਤਾ ਸੀ ਕਿ ਮੈਂ ਆਪਣੇ ਪਤੀ ਦੀਆਂ 10 ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੀ ਤੇ 11ਵੀਂ ਗਲਤੀ ਤੇ ਹੀ ਇਤਰਾਜ਼ ਕਰਾਂਗੀ। ਇੰਨੀਆਂ ਗਲਤੀਆਂ ਮੇਰੇ ਪਤੀ ਨੇ ਕਦੀ ਕੀਤੀਆਂ ਹੀ ਨਹੀਂ। ਜਦੋਂ ਆਪਣੇ ਪਤੀ ਦੀ ਕਿਸੇ ਗਲਤੀ ਤੇ ਮੈਨੂੰ ਗੁੱਸਾ ਆਉਂਦਾ ਸੀ ਤਾਂ ਮੈਂ ਆਪਣੇ ਆਪ ਨੂੰ ਸਮਝਾਉਂਦੀ ਸੀ ਕਿ ਇਹ ਤਾਂ ਤੀਜੀ ਜਾਂ ਚੌਥੀ ਗਲਤੀ ਹੈ, ਮੈਂ ਤਾਂ 10 ਗਲਤੀਆਂ ਨਜ਼ਰਅੰਦਾਜ਼ ਕਰਨੀਆਂ ਸੀ। ਇਹ ਸੋਚ ਕੇ ਮੇਰੀ ਨਾਰਾਜ਼ਗੀ ਦੂਰ ਹੋ ਜਾਂਦੀ ਸੀ। ਇਵੇਂ ਸਾਡਾ ਰਿਸ਼ਤਾ ਨਿਭਦਾ ਰਿਹਾ। ਜਦੋਂ ਪਤੀ ਤੋਂ ਵਿਆਹ ਦੇ ਇੰਨੇ ਹੰਢਣਸਾਰ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਕਿਹਾ, ਮੈਂ ਸੋਚਿਆ ਕਰਦਾ ਸਾਂ ਕਿ ਮੇਰੀ ਜ਼ਿੰਮੇਵਾਰੀ ਸੰਸਾਰ ਦੀ ਜਿਸ ਕੇਵਲ ਇੱਕ ਔਰਤ ਨੂੰ ਖੁਸ਼ ਰੱਖਣ ਦੀ ਹੈ, ਉਹ ਮੇਰੀ ਪਤਨੀ ਹੈ, ਜਿਹਦਾ ਮੈਂ ਆਪਣੇ ਨਾਲੋਂ ਵੀ ਵਧੇਰੇ ਧਿਆਨ ਰੱਖਦਾ ਹਾਂ। ਮੈਂ ਸੋਚਿਆ ਹੋਇਆ ਸੀ ਕਿ ਜਦੋਂ ਵੀ ਇਹ ਵਿਆਹ ਤੋੜਨ ਦੀ ਗੱਲ ਕਰੇਗੀ, ਵਿਆਹ ਬਣਾਈ ਰੱਖਣ ਲਈ ਮੈਂ ਇਹਦੀਆਂ ਸਾਰੀਆਂ ਸ਼ਰਤਾਂ ਮੰਨ ਲਵਾਂਗਾ। ਦੋਹਾਂ ਨੇ ਹੱਸਦਿਆਂ ਕਿਹਾ, ਇਹਨਾਂ ਉਪਰਾਲਿਆਂ ਦੀ ਕਦੀ ਲੋੜ ਹੀ ਨਹੀਂ ਪਈ ਤੇ ਪਤਾ ਹੀ ਨਹੀਂ ਲੱਗਾ ਕਿ 50 ਸਾਲ ਲੰਘ ਗਏ ਹਨ। ਧੰਨਵਾਦ।